जिंदगी बदल गई, खेड़ा मिलिया, खुशी मिली, आनंद मिलिया। तो ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਵੇਖਣ ਨਾਲ ਕੁਝ ਨਹੀਂ ਹੋਵੇਗਾ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਬਿਠਿਆ ਮੁਕਤ ਨਾ ਹੋਵੇ, ਜਿੱਤਰ ਸ਼ਬਦ ਨਾ ਕਰੇ ਵਿਚਾਰ। ਗੱਲ ਸੁਣਨ ਦੀ ਹੈ। ਸ੍ਰੁਤਵਾ ਧਰਮੰ ਵਿਜਾਨਾਤਿ, ਸੁਣਨ ਦੇ ਨਾਲ ਹੀ ਧਰਮ ਦੀ ਪ੍ਰਾਪਤੀ ਹੁੰਦੀ ਹੈ। ਤੇ ਜਦ ਕੋਈ ਧਿਆਨ ਨਾਲ ਸੁਣ ਲੈਂਦਾ ਹੈ, ਫਿਰ ਉਹਦੀ ਰਸਨਾ ਗੀਤ ਗਾਣ ਲੱਗ ਪੈਂਦੀ ਹੈ। ਉਹ ਗਾ ਸਕਦਾ, ਦੂਸਰਾ ਨਹੀਂ। ਜਿਹਨੂੰ ਸੁਣਨਾ ਨਹੀਂ ਆਇਆ, ਯਕੀਨ ਜਾਣੋ ਉਸ ਨੂੰ ਗਾਉਣਾ ਵੀ ਨਹੀਂ ਆਇਆ। ਧਰਮ ਦੀ ਸਾਰੀ ਸਾਧਨਾ ਸੁਣਨ ਤੇ ਖੜੀ ਹੈ। ਜਿਤਨਾ ਗਹਿਰਾਈ ਵਿੱਚ ਕੋਈ ਸੁਣ ਲੈਂਦਾ ਹੈ, ਉਤਨਾ ਹੀ ਸਿਖਰ ਦਾ ਉਹ ਗਾ ਲੈਂਦਾ। ਉਹਦੀ ਗਾਇਕੀ 'ਚ ਉਤਨੀ ਬੁਲੰਦੀ ਹੋਵੇਗੀ ਜਿਹਦੇ ਸੁਣਨ ਵਿੱਚ ਬਹੁਤੀ ਗਹਿਰਾਈ ਹੋਵੇ। ਜਿਹੜਾ ਦਰਖਤ ਬਹੁਤ ਉੱਚਾ ਆਸਮਾਨ ਨੂੰ ਛੂੰਹਦਾ ਹੈ, ਉਹਦੀਆਂ ਜੜ੍ਹਾਂ ਬਹੁਤ ਗਹਿਰੀਆਂ ਜਾਂਦੀਆਂ। ਜਿਸ ਦਰਖਤ ਦੀਆਂ ਜੜ੍ਹਾਂ ਸਿਰ ਉੱਪਰ ਰਹਿ ਜਾਣ, ਜ਼ਮੀਨ ਵਿੱਚ ਗਹਿਰੇ ਨਾ ਜਾਣ, ਉਹ ਦਰਖਤ ਬੁਲੰਦੀਆਂ ਨੂੰ ਛੂੰਹਦਾ ਵੀ ਨਹੀਂ ਹੈ, ਬਹੁਤ ਉੱਚਾ ਨਹੀਂ ਉੱਠੇਗਾ। ਜਿਹੜਾ ਦਰਖਤ ਸਿਖਰ ਨੂੰ ਛੂ ਰਿਹਾ ਹੈ, ਬਹੁਤ ਬੁਲੰਦ ਹੈ, ਬੜਾ ਉੱਚਾ ਹੈ, ਸਪਸ਼ਟ ਹੈ, ਇਹ ਜਿਤਨਾ ਉੱਚਾ ਹੈ, ਇਹਦੀ ਜੜ ਉਤਨੀ ਗਹਿਰੇ ਤਲ ਵਿੱਚ ਗਈ ਹੈ। ਜਿਸਨੇ ਜਿਤਨਾ ਗਹਿਰਾ ਸੁਣਿਆ ਹੈ, ਉਸਨੇ ਉਤਨਾ ਹੀ ਉੱਚਾ ਗਾਇਆ ਹੈ। ਇਹ ਮੂਲ ਗੱਲ ਹੈ। ਉਹਦੀ ਗਾਇਕੀ ਦੇ, ਉਹਦੇ ਉਚਾਰਨ ਵਿੱਚ ਉਤਨੀ ਬੁਲੰਦੀ ਹੋਵੇਗੀ, ਉਤਨੀ ਮਹਾਨਤਾ ਹੋਵੇਗੀ। ਔਰ ਇਹ ਗਾਇਕੀ ਉਹਦੇ ਸੁਣਨ ਤੇ ਖੜੀ ਹੈ। ਉਹਨੇ ਕਿਤਨਾ ਗਹਿਰਾ ਸੁਣਿਆ। ਸੁਣ ਨਹੀਂ ਸਕਿਆ ਤੇ ਯਕੀਨ ਜਾਣੋ ਗਾ ਵੀ ਨਹੀਂ ਸਕਿਆ। ਤੇ ਸੁਣਨਾ ਤੇ ਗਾਵਣਾ, ਇਸੇ ਦੇ ਉੱਤੇ ਧਰਮ ਦੀ ਸਾਰੀ ਸਾਧਨਾ ਖੜੀ ਹੈ। ਸਰਵਨ ਗੋਬਿੰਦ ਗੁਣ ਸੁਣੋ, ਔਰ ਗਾਓ ਰਸਨਾ ਗੀਤ। ਪਹਿਲੇ ਸੁਣੋ, ਬਹੁਤ ਗਹਿਰੇ ਤਲ ਵਿੱਚ ਸੁਣੋ, ਔਰ ਇਤਨਾ ਧਿਆਨ ਪੂਰਵਕ ਸੁਣ ਕਿ ਸੁਣ ਕੇ ਤੇਰੀ ਰਸਨਾ ਗਾ ਉੱਠੇ, ਬੋਲ ਉੱਠੇ, ਵਾਹ ਵਾਹ ਨਿਕਲ ਪਵੇ, ਵਾਹਿਗੁਰੂ ਵਾਹਿਗੁਰੂ ਆਪੇ ਨਿਕਲ ਪਏ, ਵਾਹਿਗੁਰੂ ਦੀ ਧੁਨ ਨਿਕਲ ਪਏ। ਤੂੰ ਇਤਨਾ ਗਹਿਰਾਈ ਨਾਲ ਸੁਣ, ਇਤਨਾ ਧਿਆਨ ਪੂਰਵਕ ਸੁਣ। ਤੇ ਧਿਆਨ ਪੂਰਵਕ ਸੁਣਨਾ ਇਹ ਵੀ ਮਜਬੂਰੀ ਹੈ ਆਖਣਾ, ਵਰਨਾ ਸੁਣਦਾ ਹੀ ਧਿਆਨ ਹੈ, ਕੰਨ ਨਹੀਂ ਸੁਣਦੇ। ਸੁਣਨਾ ਕਿਸ ਨੇ? ਧਿਆਨ ਨਹੀਂ ਤੇ ਸੁਣਨਾ। ਇੱਕ ਬੰਦਾ ਬਹੁਤ ਉੱਚੀ ਉੱਚੀ ਬੋਲ ਰਿਹਾ ਹੁੰਦਾ, ਦੂਜਾ ਸੁਣ ਰਿਹਾ ਹੈ, ਤੇ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ, ਮਿੱਤਰਾ ਇਹ ਗੱਲ ਫਿਰ ਆਖ, ਮੈਂ ਨਹੀਂ ਸੁਣੀ। ਬਈ ਤੂੰ ਕਿਉਂ ਨਹੀਂ ਸੁਣੀ? ਬੋਲਣ ਵਾਲਾ ਇਤਨੀ ਉੱਚੀ ਬੋਲਦਾ ਪਿਆ, ਫਿਰ ਤੂੰ ਕਿਉਂ ਨਹੀਂ ਸੁਣੀ? ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਤੂੰ ਸੁਣਨਾ ਤੇ ਧਿਆਨ ਨੇ, ਹੋਰ ਕਿਸੇ ਨੇ ਸੁਣਨਾ। ਤੇ ਮੈਂ ਇਤਨੀ ਅਰਜ਼ ਕਰਾਂ, ਧਿਆਨ 1 ਮਿੰਟ ਵਾਸਤੇ ਵੀ ਇਕਾਗਰ ਕਰਨਾ ਗੁਰੂ ਦੀ ਗੱਲ, ਰੱਬ ਦੀ ਗੱਲ ਵਾਸਤੇ ਬੜਾ ਔਖਾ ਹੈ। ਇਧਰ ਉਧਰ ਹੋ ਜਾਂਦਾ। ਜਿਸ ਬੰਦੇ ਦੀ ਸਰੋਤ ਗਹਿਰੀ ਨਹੀਂ, ਉਸ ਬੰਦੇ ਦੀ ਗਾਇਕੀ ਉੱਚੀ ਨਹੀਂ ਹੋਵੇਗੀ। ਬਸ ਇਤਨੀ ਗੱਲ ਹੈ, ਇਹ ਪਹਿਚਾਣ ਹੈ। ਜਿਸ ਦਰਖਤ ਦੀਆਂ ਜੜ੍ਹਾਂ ਬਹੁਤ ਗਹਿਰੀਆਂ ਨਹੀਂ ਨੇ, ਉਹ ਦਰਖਤ ਬਹੁਤ ਉੱਚਾ ਨਹੀਂ ਹੋਵੇਗਾ, ਬਹੁਤ ਬੁਲੰਦ ਨਹੀਂ ਹੋਵੇਗਾ, ਸਿਖਰਤਾ ਨੂੰ ਨਹੀਂ ਛੂਵੇਗਾ, ਬੁਲੰਦੀਆਂ ਨੂੰ ਨਹੀਂ ਛੂਵੇਗਾ। ਜਿਸ ਦੀ ਗਾਇਕੀ ਵਿੱਚ ਬੁਲੰਦੀ ਆ ਗਈ ਹੈ, ਜਿਸ ਦੇ ਵਾਹਿਗੁਰੂ ਵਾਹਿਗੁਰੂ ਆਖਣ ਵਿੱਚ ਉਚਾਈ ਆ ਗਈ ਹੈ, ਸਪਸ਼ਟ ਜਾਣੋ ਨੇ ਸੁਣਿਆ ਬਹੁਤ ਗਹਿਰੇ ਧਿਆਨ ਦੇ ਨਾਲ, ਬੜੀ ਇਕਾਗਰਤਾ ਨਾਲ ਸੁਣਿਆ। ਸੁਣਿਆ ਹੋਇਆ ਇਤਨਾ ਗਹਿਰਾ ਚਲਿਆ ਗਿਆ ਕਿ ਹੁਣ ਬੋਲ ਬੜੇ ਉੱਚੇ ਨਿਕਲ ਰਹੇ ਨੇ, ਹੁਣ ਬੋਲ ਬੜੇ ਬੁਲੰਦ ਪਾ ਨਿਕਲ ਰਹੇ ਨੇ। ਹੁਣ ਬੋਲਣਾ ਬਹੁਤ ਉੱਚਾ ਹੈ ਇਸਦਾ। ਸਰਵਨ ਗੋਬਿੰਦ ਗੁਣ ਸੁਣੋ, ਤੂੰ ਸੁਣ ਪਹਿਲੇ। ਜਿਹਨੂੰ ਵੇਖਿਆ ਨਹੀਂ, ਜਿਹਨੂੰ ਜਾਣਿਆ ਨਹੀਂ, ਉਹਨੂੰ ਸੁਣਨਾ ਬਹੁਤ ਵੱਡੇ ਸਾਹਸ ਦੀ ਲੋੜ ਹੈ, ਹਿੰਮਤ ਦੀ ਲੋੜ ਹੈ। ਜਿਹਨੂੰ ਕਦੀ ਵੇਖਿਆ ਨਹੀਂ, ਜਿਹਨੂੰ ਕੋਈ ਜਾਣਿਆ ਨਹੀਂ, ਜਿਹਨੂੰ ਕਦੀ ਸਮਝਿਆ ਨਹੀਂ, ਤੇ ਉਹਦੀ ਗੱਲ ਸੁਣਨੀ ਤੇ ਬੜੀ ਧਿਆਨਪੂਰਵਕ, ਬੜੀ ਇਕਾਗਰਤਾ ਦੇ ਨਾਲ ਖਿਮਾ ਕਰਨੀ ਬਹੁਤ ਵੱਡੀ ਹਿੰਮਤ ਦੀ ਲੋੜ ਹੈ, ਬਹੁਤ ਵੱਡੇ ਸਾਹਸ ਦੀ ਲੋੜ ਹੈ, ਬਹੁਤ ਵੱਡੀ ਸ਼ਰਧਾ ਦੀ ਲੋੜ ਹੈ।
ਵਰਨਾ ਜਿਹਨੂੰ ਵੇਖਿਆ ਨਹੀਂ, ਜਿਹਨੂੰ ਜਾਣਿਆ ਨਹੀਂ, ਜਿਹਨੂੰ ਸਮਝਿਆ ਨਹੀਂ, ਉਹਦੀ ਗੱਲ ਸੁਣੀ ਕਿਸ ਤਰ੍ਹਾਂ ਧਿਆਨ ਨਾਲ ਸੁਣੀ? ਜਾਣਦੇ ਹੀ ਨਹੀਂ, ਉਸ ਨੂੰ ਵੇਖਿਆ ਹੀ ਨਹੀਂ, ਸਮਝਿਆ ਹੀ ਨਹੀਂ, ਉਹਦੀ ਗੱਲ ਸੁਣੀ। ਪਰ ਧਰਮ ਦੀ ਸਾਰੀ ਸਾਧਨਾ ਕਹਿੰਦੀ ਹੈ, ਜੇ ਤੂੰ ਸੁਣ ਲਵੇਂ ਤੇ ਵੇਖ ਵੀ ਲਵੇਂਗਾ, ਜੇ ਤੂੰ ਸੁਣ ਲਵੇਂ ਤੇ ਜਾਣ ਵੀ ਲਵੇਂਗਾ, ਜੇ ਤੂੰ ਸੁਣ ਲਵੇਂ ਤੇ ਤੇਰਾ ਸੰਬੰਧ ਵੀ ਜੁੜ ਜਾਏਗਾ, ਜੇ ਤੂੰ ਸੁਣ ਲਵੇਂ ਤਾਂ ਉਹਦੇ ਨਾਲ ਤੇਰਾ ਰਿਸ਼ਤਾ ਵੀ ਜੁੜ ਜਾਏਗਾ, ਤੈਨੂੰ ਸਭ ਕੁਝ ਦੀ ਸਮਝ ਵੀ ਪੈ ਜਾਏਗੀ। ਤੋ ਧਰਮ ਦੀ ਸਾਰੀ ਸਾਧਨਾ ਸੁਣਨ ਤੇ ਖੜੀ ਹੈ। ਇਸ ਵਾਸਤੇ ਸਤਿਗੁਰੂ ਦੇਵ ਜੀ ਮਹਾਰਾਜ ਮੂਲ ਪੰਕਤੀ ਜੋ ਜਪਜੀ ਸਾਹਿਬ ਦੀ ਉਸਦੇ ਸਪਸ਼ਟ ਕਹਿੰਦੇ ਨੇ, ਸੁਣੀਐ ਮੰਨੀਐ ਮਨ ਕੀਤਾ ਭਾਵ। ਪ੍ਰਥਮ ਤੇ ਸੁਣਨਾ, ਮੂਲ ਗੱਲ ਸੁਣਨ ਦੀ। ਸ਼ਰੁਤਵਾ ਧਰਮੰ ਵਿਜਾਨਾਤੀ, ਜੇ ਇੱਕ ਗੁਰ ਕੀ ਸਿੱਖ ਸੁਣੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਐ ਦੁਖ ਪਾਪ ਕਾ ਨਾਸ। ਜਿਸਨੇ ਜਿਤਨਾ ਗਹਿਰੇ ਤਲ ਵਿੱਚ ਸੁਣਿਆ, ਗਹਿਰਾਈ ਵਿੱਚੋਂ ਪਾਪ ਦੁੱਖ ਨਿਕਲ ਜਾਣਗੇ। ਔਰ ਜਦ ਪਾਪ ਨਿਕਲ ਗਏ, ਦੁੱਖ ਨਿਕਲ ਗਏ, ਹਿਰਦਾ ਹੌਲਾ ਹੋ ਗਿਆ, ਅੰਦਰ ਖੁਸ਼ੀ ਪੈਦਾ ਹੋਈ, ਗੀਤ ਫੁੱਟਣਗੇ, ਖੁਸ਼ੀ ਦੇ ਗੀਤ, ਆਨੰਦ ਦੇ ਗੀਤ। ਉਹਨਾਂ ਗੀਤਾਂ ਵਿੱਚ ਬੜੀ ਬੁਲੰਦੀ ਹੋਵੇਗੀ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਤਾਨਸੈਨ ਦੇ ਸੰਬੰਧ ਵਿੱਚ, ਅਕਬਰ ਦੇ 9 ਰਤਨਾਂ ਵਿੱਚੋਂ, ਦਰਬਾਰੀ 9 ਰਤਨਾਂ ਵਿੱਚੋਂ ਇਹ ਇੱਕ ਬੜਾ ਕੀਮਤੀ ਰਤਨ ਸੀ ਤੇ ਅਕਬਰ ਇਸ ਤੇ ਬਹੁਤ ਖੁਸ਼ ਸੀ, ਬਹੁਤ ਖੁਸ਼ ਸੀ। ਤੇ ਅਕਬਰ ਨੇ ਇੱਕ ਦਿਨ ਪੁੱਛ ਲਿਆ ਤਾਨਸੈਨ ਨੂੰ, ਤੂੰ ਇਤਨਾ ਗਹਿਰਾ ਗਾਉਣਾ ਹੈ, ਤੇਰੇ ਗਾਉਣ ਵਿੱਚ ਇਤਨਾ ਰਸ ਹੈ, ਮੈਨੂੰ ਇਤਨਾ ਸਵਾਦ ਆਉਂਦਾ ਹੈ ਕਿ ਜਿਸ ਗੁਰੂ ਕੋਲੋਂ ਤੂੰ ਸਿੱਖਿਆ ਉਹ ਗੁਰੂ ਤੇ ਬਹੁਤ ਮਹਾਨ ਹੋਵੇਗਾ। ਸਵਾਮੀ ਹਰੀਦਾਸ ਦਾ ਚੇਲਾ ਸੀ, ਬਿੰਦਰਾਬਨ ਵਾਲੇ ਦਾ, ਉਹਦੇ ਕੋਲ ਇਸਨੇ ਸੰਗੀਤ ਸਿੱਖਿਆ ਸੀ। ਤਾਨਸੈਨ ਕਹਿਣ ਲੱਗੇ, ਹਾਂ ਮੈਂ ਤੇ ਕੁਛ ਵੀ ਨਹੀਂ, ਜੋ ਮੇਰਾ ਗੁਰੂ ਗਾਉਂਦਾ ਹੈ, ਜੋ ਮੇਰਾ ਉਸਤਾਦ ਗਾਉਂਦਾ ਹੈ, ਉਹ ਮੈਂ ਜ਼ਬਾਨ ਨਾਲ ਬਿਆਨ ਵੀ ਨਹੀਂ ਕਰ ਸਕਦਾ, ਔਰ ਉਸ ਦਾ ਇਹ ਲੇਸ਼ ਮਾਤਰ ਵੀ ਮੈਂ ਪ੍ਰਗਟ ਨਹੀਂ ਕਰ ਸਕਦਾ। ਉਹ ਇਤਨਾ ਮਹਾਨ ਗਾਉਂਦਾ ਹੈ, ਉਹਦੀ ਗਾਇਕੀ ਵਿੱਚ ਇਤਨੀ ਬੁਲੰਦੀ ਹੈ। ਅਕਬਰ ਕਹਿਣ ਲੱਗੇ, ਫਿਰ ਮੈਂ ਸੁਣਨਾ, ਹਰੀਦਾਸ ਨੂੰ ਮੈਂ ਸੁਣਨਾ। ਤਾਨਸੈਨ ਕਹਿਣ ਲੱਗੇ, ਉਹ ਤੇ ਜਦ ਮੌਜ ਚ ਆਉਂਦਾ ਹੈ, ਮਸਤੀ ਚ ਆਉਂਦਾ ਹੈ, ਉਦੋਂ ਗਾਉਂਦਾ, ਉਂਝ ਨਹੀਂ ਗਾਉਂਦਾ, ਕਹਿਣ ਤੇ ਨਹੀਂ ਗਾਉਂਦਾ, ਆਖਣ ਤੇ ਨਹੀਂ ਗਾਉਂਦਾ। ਜਦ ਉਸ ਦੇ ਅੰਦਰੋਂ ਨਗਮੇ ਫੁੱਟਦੇ ਨੇ, ਉਦੋਂ ਗਾਉਂਦਾ। ਇਤਿਹਾਸ ਇਹ ਕਹਿੰਦਾ ਹੈ ਕਿ ਸਾਹਿਤ, ਕਲਾ ਤੇ ਸੰਗੀਤ ਦਾ ਇਹ ਪ੍ਰੇਮੀ ਸੀ ਅਕਬਰ। ਇੱਕ ਦਿਨ ਰਾਤ ਨੂੰ ਹਰੀਦਾਸ ਦੀ ਕੁਟੀਆ ਦੇ ਆਲੇ ਦੁਆਲੇ ਇੱਕ ਦਰਖਤ ਥੱਲੇ ਛੁਪ ਗਏ ਅਕਬਰ ਤੇ ਤਾਨਸੈਨ। ਸੁਣਿਆ ਸੀ ਅੱਧੀ ਰਾਤ ਤੋਂ ਬਾਅਦ ਕਦੀ ਮੌਜ ਚ ਆਉਂਦਾ ਹਰੀਦਾਸ ਤੇ ਗਾਉਂਦਾ। ਵਾਕਈ ਉਸਨੇ ਗਾਇਆ। ਅੱਧੀ ਰਾਤ ਬਤੀਤ ਹੋਈ ਤੇ ਜਦ ਮੈਂ ਇਤਿਹਾਸ ਪੜ੍ਹਿਆ ਤੋ ਸਬਰ ਦੀ ਦਾਦ ਦੇਣੀ ਪਏਗੀ ਅਕਬਰ ਦੇ ਵੀ, ਕਿ ਉਡੀਕਦਾ ਰਿਹਾ ਕਦੋਂ ਗਾਏਗਾ। ਨਹੀਂ ਤੇ ਇਤਨਾ ਸਮਰਾਟ, ਮੁਗਲੇ ਆਜ਼ਮ ਤੇ ਇਤਨਾ ਸੁਖ ਰਹਿਣਾ, ਥੋੜੀ ਜਿਹੀਆਂ ਗੱਲ ਤੇ ਬੇਚੈਨ ਹੋ ਸਕਦਾ ਸੀ, ਵਾਪਸ ਜਾ ਸਕਦਾ ਸੀ। ਉਹਦੇ ਸਬਰ ਨੂੰ ਦਾਦ ਦੇਣੀ ਪਏਗੀ। ਜਦੋਂ ਗਾਇਆ ਵਿਸਮਾਤ ਤਾਰੀ ਹੋ ਗਿਆ। ਤਾਂ ਅਕਬਰ ਨੇ ਪਹਿਲਾ ਪ੍ਰਸ਼ਨ ਤਾਨਸੈਨ ਤੇ ਇਹ ਕੀਤਾ, तेरी गायकी तो इतना रस क्यों नहीं, तेरी गायकी इतनी बुलंद क्यों नहीं है। ये पहला प्रश्न सी अकबर का। मुद्दतां तो सुनदा आ रहा सी तानसैन नूं, तेरी गायकी दे इतनी प्रवाज क्यों नहीं है, इतनी बुलंद क्यों नहीं है।
ਤਾਨਸੈਨ ਨੇ ਕਹਿ ਦਿੱਤਾ, ਗੱਲ ਸਪਸ਼ਟ ਹੈ। ਹਰੀਦਾਸ ਗਾਉਂਦੇ ਨੇ ਪਰਮਾਤਮਾ ਵਾਸਤੇ, ਮੈਂ ਗਾਉਂਦਾ ਤੇਰੇ ਵਾਸਤੇ। ਜਿਤਨਾ ਵੱਡਾ ਪਰਮਾਤਮਾ ਹੈ, उस परमात्मा वास्ते अगर गाया गया तो उतना ही वड्डा होगा, उतना ही बुलंद होगा। मैं गाऊंदा तेरे वास्ते तो तू जितना है, तेरे तो उच्ची गायकी किस तरह जाएगी मेरी? मैं तो सिर्फ तेरे वास्ते गाऊंगा। इस वास्ते मेरी गायकी विच बुलंदी नहीं है, मेरी गायकी विच इतनी परवाज नहीं है, मेरी गायकी विच इतनी उच्चता नहीं है। तो हरिदास गाउंदे ने परमात्मा वास्ते, कि परमात्मा इतना बुलंद है, इतना बुलंद है कि परमात्मा वास्ते जो गाया गया है वो गायकी भी बड़ी बुलंद होती है, बड़ी उच्ची होती है। तेरे ते मेरे जो संबंध है, मैं गाऊंदा तो सुनदा, तो जितनी तेरी हस्ती है उतना ही मेरा संगीत है, जितनी परमात्मा की हस्ती है उतना हरिदास का संगीत है। इस वास्ते भगतां ने जब कोई बोल बोले ने तो उन्होंने बोलों को अमर बोल आख्या गया, उच्चे बोल आख्या गया, महान बोल आख्या गया, खसम दे बोल आख्या गया, अमित बोल आख्या गया, अमृतमयी बोल आख्या गया। इतना गहरा उन्होंने सुनिया कि उन्होंने बोलिया होया, उन्होंने गाया होया एकदम बुलंदियां नूं छू गया। मैं फिर अर्ज करा, जिथे जद किसी के बोल बड़े बुलंद दिखाई देन, समझ लेना जड़ां बहुत गहरियां ने, बहुत गहरियां ने। तो यह बार का प्रमाण सार्थक है कि जिस दरखत दीयां जड़ां बहुत गहराई च नहीं जाणगियां, वो बहुत उच्चा भी नहीं उठ सकेगा। जिहदे बोल बहुत उच्चे ने, उसकी स्रोत बड़ी गहरी होगी, उन्हें सुनिया बड़े ध्यान नाल होगा। वाहिगुरु वाहिगुरु उच्चारण करदियां भी बड़े ध्यान नाल उसने सुनिया होगा, उन्हें गुरु दे बोल बड़े ध्यान नाल सुने होणगे, बड़े गहरे तल नाल सुने होणगे। ते जितनी गहराई नाल सुनिया होगा उतने उच्चे बोल प्रगट होणगे। तो साहिब कहंदे ने, खुशी दे गीत गा, सोहिला गा, निर्भव दा गा। भयभीत दा की सोहिला गाना? तानसैन सारी जिंदगी डरिया ही रहा, भयभीत रहा, लंबी चौड़ी गाथा है। अकबर वास्ते गाउंदा सी, अकबर आप डरिया रहिंदा सी, मेरा राजपाट कोई खो ना लवे, राजपूतां नाल झगड़ा लैंदा सी, किधरे ना किधरे बगावत हो जाती सी, नींद हराम हो जाती सी। तो इस तरह की बंदे की खुशी वास्ते अगर गाया जाए तो जिहड़ा आप भयभीत है वो गायकी भी भय दे विच होवेगी, उच्ची नहीं हो सकती, बुलंद नहीं हो सकती। इस वास्ते साहिब कहते हैं, खुशी दे गीत गाओ किस दे? निर्भव दे। ते निर्भव केवल निरंकार है, निर्भव केवल परमात्मा है, निर्भव केवल अकाल पुरख है। इस वास्ते साहिब कहते हैं कि खुशी दे गीत तू गा, पर कित्थे गाइए, किहड़ी थां ते गाइए, गाण दी प्रेरणा कित्थों लईए? तो सतगुरुदेव जी महाराज ने जो बोल इत्थे अंकित कीते ने आप जी के सामने रखा। जय घर कीरत आखिए, करते का होए विचारो। जिस घर विच कीर्ति आखी जाती है, कीर्तन कीता जाता है, जिस घर विच बैठ के करते पुरख की विचार चलती है, कीर्तन चलता है, विचारां चलदियां ने, बोल चलते हैं। और जितने ज्यादा जिस घर विच बोल चलन, वो घर उतना ही पवित्र हो जाता है। और एक दिन इतना पवित्र हो जाता है कि उस घर नूं तीरथ कहना पैंदा है। ये तीरथ है। धार्मिक मंदिर ते बहुत सारे ने, पर तीरथ थोड़े ने। गुरुद्वारे बहुत सारे ने, पर जिन्हां गुरुद्वारियां नूं असीं तीरथ कह दिंदे हां, थोड़े ने। हिंदुआं दे मंदिर लखां ने हिंदुस्तान दे, पर तीर्थां की गिणती सिर्फ 68 है, 68। ते मंदिर 68 एक शहर विच मिल जाणगे। धार्मिक मंदिर तो एक शहर के 100 मिल जाएंगे। राजस्थान के शहर हर गली के 4-4, 5-5 मंदिर, तो पूरे एक शहर के 150-150, 200 मंदिर ने।
पर समुचे भारत दे तीरथ ते कुल 68 ही बनते हैं हिंदुओं के, ते मंदिर गिनोगे तो लखां ने। हूबहू एक गल इत्थे मनुख दे अंदर पैदा होती है कि धार्मिक मंदिर ते तीरथ विच आखिर अंतरा की है। बहुत वड्डा अंतर है, बहुत वड्डा अंतर है। जिथे बहुत ज्यादा गाविया गया, जिथे बहुत ज्यादा कीर्ति की गई है, और इतनी कीर्ति की गई है कि उस स्थान का माहौल ही ऐसा हो गया है, हुण कोई बैठे तो उसकी रसना अपने आप गायन करन लग पवे। इस तरह के अस्थान नूं, इस तरह के मंदिर नूं तीरथ कहते हैं। अगर कोई मनुख चाहे तो अपना घर भी तीरथ बना सकता है, बन जाता है। बहुती सिख तो सलाह है, बहुता ही जब तब घर दे चलता है, घर तीरथ बन जाता है। इस वास्ते भगतां दे घर अज भी तीरथ ने। कबीर जिस घर दे च रह, बनारस दे च लोकी जांदे ने उस घर दे दर्शन करना, तीरथ है। गुरु नानक देव जी महाराज जिस घर दे च वड्डे होए, पालन पोषणा हुई, आले दुआले बच्चियां नाल खेडदे रहे, सब तीरथ बन गए। तलवंडी ननकाना साहब बन गई। जिथे जिथे बच्चियां नाल खेडदे रहे ते खेडदे च भी बंदगी सी। बच्चियां दे नाल खेडदे ने ते सतनाम सतनाम जपदे ने, जपांदे ने। इंज कह लो आम मनुखां दी ते बंदगी भी खेड है, गुरु नानक दी खेड भी बंदगी सी। बस इतनी गल है। आम बंदियां दी जिहड़ी ये बंदगी है ना, खेड है। मैं घूम फिर के बाहर के मुल्कों जो देखा है वो सिर्फ एक समाजिक इकट्ठ में देखा है, बहुत सारी थावां ते। इत्थों बारे तुसीं निर्णय आप करना, लेकिन मैं जो घूम फिर के देखा एक समाजिक इकट्ठ, बंदियां दा आपस विच मेल जोल, गुरु नाल मेल हुंदा है कि नहीं, परमात्मा नाल मेल हुंदा है कि नहीं, कोई गल ही नहीं। बंदे दा बंदे नाल मेल हो जाए, और खुशी बहुत बंदे दा बंदे नाल मेल हो गया। कोई इस गल की चिंता नहीं गुरु नाल मेल होया है कि नहीं, अकाल पुरख नाल मेल होया है कि नहीं, कोई ओदी गल सुनी है कि नहीं, कोई ओदे बोल रसना चो निकले ने कि नहीं, कोई सुरत ओदे नेड़े गई है कि नहीं। इस तरह की कोई सोचनी नहीं। बंदे दे नेड़े चले गया कि नहीं, और बंदे नाल संबंध जुड़िया है कि नहीं, ये समाजिक इकट्ठ हो गया। धार्मिक इकट्ठ तो नहीं है फिर, ये समाजिक इकट्ठ। तो आम बंदियां दी ते बंदगी भी खेड है और कुछ नहीं। भगत कबीर कहते माथे तिलक हथ माला बाना, लोगन राम खिलौना जाना। कईयां ने बंदगी नूं खिडौना ही समझे और कुछ नहीं। पर गुरु नानक दी खेड भी बंदगी है। जे बच्चियां नाल खेडदे भी ने ते बंदगी है। ध्यान रब नाल, ध्यान निरंकार नाल। खेडदे बच्चियां नाल पए ने, जुड़ जाने रब नाल, बच्चियां नूं भी जोड़ देंदे ने। खेड भी बंदगी है। बच्चियां नाल खेलना भी बंदगी है। ते खिमा करनी आम बंदियां दी ते बंदगी भी खेड है और कुछ नहीं है। तमाशा है और कुछ नहीं। खिडौना है, खिडौणियां दी खेड है और कुछ नहीं है। तो इस तरह के पुरुष जिथे खेडते भी ने, जिस जिस थां ते खेडते भी ने, वो थां भी तीरथ बन जाते। ननकाना साहब दे अस्थान है बाल लीला, जिथे सतगुरु बच्चियां नाल खेडते रहे। उस थां दे विच भी इतनी कशिश है, दास 2-3 दफा जो उत्थे हाजरी भरी है, उस जगह विच अज भी कशिश है ते बाल लीला बच्चियां नाल सतगुरु खेडते ही रहे। पर खेड बंदगी सी, खेड इबादत सी, खेड रब नाल जुड़न दी सी। उस बाल लीला स्थान विच अज भी कशिश तीरथ है। अज भी रब की तरफ सुरत खिंचती है। अज भी मनुख की सुरत नूं वो बाल लीला अस्थान किसी पवित्रता के केंद्र दे च लै जांदा है। तो मैं अर्ज करा, हिंदुओं के जे मंदिर गिणीए तो लखां तो भी अगान है। हर शहर विच
100, 150, 200 मंदिर ने, लेकिन तीर्थ कुल 68 ने। तीर्थ तो मुराद जिस थां ते इतना गाविया गया, जिस थां ते प्रभु की इतनी चर्चा की गई है, जिस थां ते बैठ के इतनी परमात्मा की विचार की गई है कि उस थां दे उत्ते हुण सिवाए परमात्मा दीयां तरंगां तो होर कुछ भी नहीं, ਉਹਦੇ ਗੀਤਾਂ ਤੋਂ ਹੋਰ ਕੁਝ ਵੀ ਨਹੀਂ। ਤੇ ਹੁਣ ਨਾਸਤਿਕ ਤੋਂ ਨਾਸਤਿਕ ਵੀ ਉੱਥੇ ਆ ਜਾਏ, ਕਠੋਰ ਤੋਂ ਕਠੋਰ ਵੀ ਉੱਥੇ ਆ ਜਾਏ, ਉਹਦੇ ਮਨ ਦੇ ਵਿੱਚ ਵੀ ਕੋਈ ਪ੍ਰਭੂ ਮਿਲਣ ਦੀ ਤਾਂਘ ਪੈਦਾ ਹੋਵੇ, ਤੜਪ ਪੈਦਾ ਹੋਵੇ, ਇਸ ਤਰ੍ਹਾਂ ਦੇ ਅਸਥਾਨ ਨੂੰ ਕਹਿੰਦੇ ਨੇ ਤੀਰਥ। ਸਾਹਿਬ ਕਹਿੰਦੇ ਜਿਸ ਘਰ ਦੇ ਵਿੱਚ ਕਰਤੇ ਪੁਰਖ ਦੀ ਕੀਰਤੀ ਗਾਇਨ ਕੀਤੀ ਜਾ ਰਹੀ ਹੋਵੇ, ਜਿੱਥੇ ਉਸਦੇ ਗੁਣਾਂ ਦੀ ਵਿਚਾਰ ਹੋ ਰਹੀ ਹੋਵੇ, ਐ ਬੰਦੇ ਤੂੰ ਉੱਥੇ ਸੋਹਿਲਾ ਗਾ, ਕਿਉਂਕਿ ਤੈਨੂੰ ਪ੍ਰੇਰਨਾ ਉੱਥੋਂ ਹੀ ਮਿਲੇਗੀ, ਉਸ ਤੋਂ ਬਿਨਾਂ ਪ੍ਰੇਰਨਾ ਨਹੀਂ ਮਿਲ ਸਕਦੀ। ਮਨੁੱਖ ਦਾ ਮਨ ਕਰਤੇ ਪੁਰਖ ਨੇ ਇਸ ਢੰਗ ਦਾ ਬਣਾਇਆ ਕਿ ਹਰ ਗੱਲ ਤੋਂ ਪ੍ਰਭਾਵਿਤ ਹੁੰਦਾ ਹੈ, ਉਸ ਘਰ ਤੋਂ ਵੀ ਲਾਜ਼ਮੀ ਪ੍ਰਭਾਵਿਤ ਹੋਵੇਗਾ ਜਿੱਥੇ ਉਸ ਨਿਰਭਉ ਦਾ ਸੋਹਿਲਾ ਗਾਇਨ ਹੋ ਰਿਹਾ ਹੈ ਔਰ ਉਸ ਨਿਰਭਉ ਦੀ ਵਿਚਾਰ ਹੋ ਰਹੀ ਹੈ। ਸਾਹਿਬ ਕਹਿੰਦੇ ਜਿੱਥੇ ਉਸ ਕਰਤੇ ਪੁਰਖ ਦੀ ਕੀਰਤੀ ਆਖੀ ਜਾ ਰਹੀ ਹੈ और विचार की जा रही है, तित घर गाओ सोहेला, सिमरो सिरजनहारो। ओ सिरजनहार जगत का प्रतिपालक बनाने वाला, फिर तू उस घर दे उसका सोहेला गा, खुशी दे गीत गा, ओदा सिमरन कर, सोहेले दे राही, गीत दे राही, संगीत दे राही तो ओदे नाल संबंध जोड़। ते मैं कल अर्ज की सी संबंध सिमरन दे ने, सिमरो सिरजनहारो। संबंध खून दे नहीं, संबंध सिमरन दे ने, याद ने। कोई किस नूं कितना कि याद करता है, याद नाल संबंध जुड़िया रहिंदा है। याद नहीं करता संबंध टुट जाता है। याद चों निकल गया है, भुल गया है, संबंध ते टुट गया, गल खत्म। थोड़ी थोड़ी याद बाकी है, संबंध है। बहुती याद है, बहुता गूढ़ा संबंध हो गया, भुलदा ही नहीं, हर वक्त याद देता है। उठदियां बैठदियां सौंदियां जागदियां हुण उसे दी याद, तो इस नूं कहंदे ने गूढ़ा संबंध। बहुत गूढ़ा संबंध जुड़ गया। दम दम सदा संभालदा, दम ना बिरथा जाए। गुरु अमरदास जी महाराज कहंदे एक दम भी व्यर्थ ना चला जाए। दम दम दे च उसदी संभाल है, दम दम दे च उसकी याद है। तो याद ही संबंध जोड़न का वसीला है। साहब कहने जिस घर दे करते पुरख की कीर्ति गायन हो रही है, उहदे गुणां की विचार हो रही है, उस घर दे बैठ के तू सोहिला गा, गीत गा। और साहब कहते ने मैं सदके जाना, वारने कुर्बान जाना उस सोहेले तो, उस घर तो जिस सोहेले के गायन करन नाल सदैवी सुख की प्राप्ति हो जाती है, हकीकी आनंद की प्राप्ति हो जाती है। अगां पंक्तियां नित नित जीड़े संभालियन, देखेगा देवनहार, तेरे दाने कीमत ना पवे, तिस दाते कावन समार। निता प्रति ये नहीं कि संग्रांद वाले दिन उसका चिंतन करना है, इतवार वाले दिन उसका चिंतन करना है। नित नित की प्रेरणा देती है। रोज अन्न रोज चाहिए, पानी रोज चाहिए, भोजन रोज चाहिए, ईश्वर की संभाल भी रोज चाहिए है। रूहानी ग़िज़ा है, रूह का भोजन है। शरीर नूं कुछ दिन लगातार भोजन ना देइए, कुमला जाता है, शरीर मुरझा जाता है। और जो बिल्कुल ना देइए तो मर भी सकता है, खत्म भी हो सकता है। रूहानी मौत भी कईयां दी हो जाती है, जो भुल जाते हैं, बिल्कुल भुल जाते हैं। जिसनों सतगुर कहते हैं आखां जीवा बिसरे मर जाओ, मरणंग बिसरंग गोबिंदे, जीवणं हर नाम ध्यावणे। तो साहब कहते हैं तू निता प्रति उसकी संभाल कर। संभाल तो मुराद उसका चिंतन कर, उन्हों याद कर। जो सदैवी देखता है और देनहार है, जो मंगना लेना नहीं जानता, देना जानता है। देखेगा देवनहार, तेरी संभाल नूं, तेरे चिंतन नूं उस प्रभु ने वेखना। वो वेख रहा है, वो दातां दे रहा है,
और उस तो हमेशा ही देना ही प्रगट होता है। इस वास्ते परिपूर्ण परमात्मा नूं दाता आखे। वड्डा दाता तिल ना तमाए, पहाड़ जितना दे के जो तिल जितनी भी मंग नहीं रखता। तिल जितना दे के अक्सर मनुख पहाड़ जितनी मंग रखता है। पहाड़ जितना दे के तिल जितनी भी मंग नहीं। तेरे दाने कीमत ना पवे, तिस दाते कौन समार। साहब कहते हैं, हे परिपूर्ण परमात्मा, तेरे दिते हुए दान की कोई कीमत है? इन्हां उंगलियां की कोई कीमत है? हत्थां की कोई कीमत है? हाँ, किधरे बांह ना रवे, ईश्वर ना करे, तो फिर प्लास्टिक की या लकड़ की जब बांह लवानी पैंदी उहदी ते कीमत है। पत्थर दी अखां लवाणियां पै जांदियां ने, उहदी ते कीमत है। लकड़ की टंग लवाणी पै जाती है, उहदी ते कीमत है। पर हे प्रभु, ये जो तू लत्तां दित्तियां ने, ये जो तू पैर दिते ने, इहदी कोई कीमत थोड़ी है, ਇਹਦਾ कोई मुल थोड़ी है। ये जिहड़ी तू रचना दित्ती, ਇਹਦਾ कोई मुल है? ये जिहड़ा तू जीवन दिता है, ਇਹਦਾ कोई मुल है? इसे नूं कहा है अमुल गुण अमुल व्यापार। उस परिपूर्ण परमात्मा के गुण, उसकी देन अमुल है, कीमत नहीं पाई जा सकती। घर विच बिजली जलती है, महीने बाद बिल देंदे हां, सदियों तो सूरज रोशनी दे रहा है, दान दे दात है, उस तो मिल रही है दात। साहिब कहते हैं, तेरी जिहड़ी दात है उसकी की कीमत पाई है? भाव कोई मुल नहीं है, अथाह दात है, अनंत दात है। और जब तेरी दात की कीमत नहीं पैंदी तो उस दाते का शुमार किस तरह करिए? तेरी दातां दी जो है शुमार नहीं, तेरी दात की ही गिनती नहीं, तो उस दाते का अंदाजा कितना क लाइए कि कितना क वड्डा है, जिहदी दात ही नहीं गिनी जा सकती, जिहदी दात ही नाप तोल दे च नहीं आउंदी। इतनी महान, इतनी अनंत जिहड़ी उसने जीवां नूं दे रखी है, जिहड़ी उसने खंडां ते ब्रह्मंडां नूं दे रखी है, जिहड़ी उसने सूक्ष्म ते अस्थूल जीवां नूं दे रखी है, इतनी वड्डी दात जो गिनती च नहीं, दाता किस तरह गिनी है? उस महान दाने नूं किस तरह गिनीए? उहदा शुमार जो है किस तरह करिए? हुण सतगुरु देव जी महाराज मूल गल विच आउंदे ने कि संबत साहा लिखिया मिलकर पाओ ते गीत आखिया है खुशी दे गाओ। सोहले खुशी दे गाने ने, ते खुशी उसे दिन ही आउंदी है जिस दिन जिंदगी दे मौत का भय ना रह जाए। मैं मर जाना है, मेरी किधरे इज्जत ना मर जाए, मेरा किते मान मर्यादा जिहड़ी बनी हुई है नाश ना हो जाए, मेरा किधरे बनया होया चिंतन नाश ना हो जाए, ज्ञान नाश ना हो जाए, मौत का ही भय है। तो खुशी के सोहले किस तरह निकलणगे? पर यह जिहड़ा निर्भव का सोहेला है, निर्भव के गीत ने मौत नूं खत्म कर देंदे ने। भाव मौत के भय नूं खत्म कर देंदे ने। ते मौत का भय किस तरह खत्म हो जाता है? मौत चेते रहिंदी है भगतां नूं। इन्नी मैं अर्ज करदा हां, मौत चेते है, मौत याद है। जन्म साखी दे मैं एक गाथा पढ़ रहा सी। साहिब गुरु नानक देव जी महाराज ने सुभावक पुछया मरदाने नूं, पुरखा तैनूं अपनी जिंदगी का कितना क भरोसा है? महाराज की भरोसा है जिंदगी का? मैं इन्ना ही समझदा भी 100 कदम मैं चल लवां ते पता नहीं अगला कदम मैं पुट सकांगा कि नहीं। मुस्कुरा पे गुरु नानक देव जी ते बाले नूं कहण लगे, पुरखा तूं दस तैनूं अपनी जिंदगी का कितना क भरोसा है? महाराज मरदाने नूं 100 कदमां दा होवेगा, आपां ते समझदे हां जिहड़ा एक कदम पुटिया है पता नहीं दूसरा पुट सकांगे कि नहीं। एक कदम का भरोसा है, ज्यादा नहीं। उसे वक्त दोहां ने प्रश्न किया, महाराज आपनों अपने जीवन का कितना क भरोसा है? साहब कहते हैं, हम आदमी हाँ एकदम ही मोहलत मौत ना जान। एकदम का ही भरोसा है, जिहड़ा मूँह दे च है पता नहीं दूजा आना है कि नहीं। जिहड़ा दम मूँह दे च है इहदी ते गल कर सकते हैं, जिहड़ा अजे आया नहीं उसका कोई भरोसा नहीं, पता नहीं आना है
कि नहीं कि जब मौत का चिंतन इतना गहरा होवे तो बहुत बुलंद जिंदगी मिलती है। बुलंद जिंदगी, उच्ची जिंदगी किस कोल होवेगी? जिसदे कोल बहुत गहराई विच मौत की याद होवेगी। पहला मरण कबूल, जीवन की चढ़ आस। जिन्हों हर वक्त जिंदगी चेते है, उन्होंने हंकार चेते रहेगा, लोभ चेते रहेंगे, विकार चेते रहेगा, तृष्णा चेते रहेगी, वितकरे चेते रहेंगे, दुबदा चेते रहेगी, लड़ाई झगड़े चेते रहेंगे। तो जिसनों मौत चेते हर वक्त ये सब कुछ मिट जाएगा, ये सब कुछ नाश हो जाएगा। ये गल वखरी है कि सतपुरुषों की, धार्मिक पुरुषों की गल आम नास्तिक लोगों ने समझी नहीं कि उन्होंने ये कह दिता है धर्म का जन्म मौत के भय तो होया। अगर मौत ना होंदी तो शायद धर्म ना होंदा, शायद परमात्मा ना होंदा। नास्तिक लोगों ने इस ढंग के भी बोल लिखे ने। खास करके बंगाल का प्रसिद्ध नास्तिक कैशव चंद्र, उन्हें तो अथाह वड्डियां वड्डियां किताबां लिखियां और महज उसकी विचार इस गल के आले दुआले घूमती है जे मौत ना होंदी तो शायद मनुख की दुनिया च रब ना होंदा। मौत के डर ने मनुख के अंदरों धर्म पैदा किया। मौत के डर ने मनुख नूं मजबूर किया परमात्मा की पूजा करने ते, ईश्वर की पूजा करने ते। दरअसल कैशव चंद्र बहुत गहरा नहीं गया, लेकिन उसदियां विचारां ने बंगालियां नूं नास्तिक जरूर बना दिता। उसदी विचारां ने बंगालियां दे अंदर बगावत जरूर पैदा कर दी। अज अद्धे तो भी ज्यादा बंगाल करीबन नास्तिक हो गया और कम्युनिज्म की लपेट दे च वो विचारां उन्होंने चंगियां लग रही ने नास्तिकता दियां, क्योंकि एक बहुत उग्गा पंडित, एक बहुत सियाणा इस संबंध में बहुत कुछ लिख गया, बहुत कुछ लिख गया। तो हुण हैरानगी इस गल की हुई कैशव चंद्र नूं भी जितने भगत ने, जितने संत ने, वो भी कहते मौत चेते रखो, जीवन चेते ही ना रखो। कहता हद हो गई, ये तो अन्याय है मनुख नाल कि जीवन नूं भुला दईए, मौत नूं चेते रखीए। जिंदगी कोल है, इनू ना चेते करिए। जो मौत अजे है नहीं उन्हों चेते करिए। दरअसल उसने मौत नूं गहरे तल विच वेखण की कोशिश नहीं की थी। रोज बंदा जी रहा है तो रोज बंदा मर रहा है, इन्नी मैं अर्ज कर रहा। मौत एक दिन नहीं घटती, रोज मौत हो रही है। रोज बंदा जी रहा है, रोज बंदा मर रहा है, तो तुसी आखोगे इतने पहेली है, रोज किस तरह मर रहा है? बंदा एक दिन मरदा, बंदा रोज मरदा। जिसनों असीं मौत कहने उस दिन संपूर्ण मर जाता है, पूर्ण मर जाता है, पर थोड़ा थोड़ा रोज मरदा। एक बच्चा वड्डा हो रहा है, पर सिर्फ वड्डा नहीं हो रहा, छोटा भी हो रहा है। निश्चित जिहड़ी उम्र है वो तो रोज घट रही है। छिन छिन औद ब्यात है, फूटे घट ज्यों पानी। एक एक बूंद अगर घड़े दे चो पानी दी जो है निकल रही है तो पानी तो घट रहा है, वध थोड़ी है। साहिबां दी बाणी थे फरमान कर दी है बंदा रोज मर रहा है, बंदे दे अंदरों कुछ रोज मर रहा है और इतने सूक्ष्म ढंग नाल मर रहा है, मरना दिखाई नहीं दे रहा। जिस तरीके नाल बड़े सूक्ष्म ढंग नाल बच्चा वड्डा हो रहा है तो इहदा वड्डा होना नहीं दिखाई दे रहा, इहदा मरना भी नहीं दिखाई दे रहा। मनुख दा वड्डा होना नहीं दिखाई दे रहा, मनुख दा मरना भी नहीं दिखाई दे रहा। वड्डा हो रहा है कोई दिखाई दे रहा है भी किस ढंग नाल वड्डा हो रहा है। ये गति, ये चाल बड़ी सूक्ष्म है। मौत भी इतनी सूक्ष्म चाल नाल चल रही है, नहीं दिखाई दे रही। भगतां नूं दिखाई दे जाती है। बंदे तू निरा रोज जी नहीं रहा, तू निरा रोज वड्डा नहीं हो रहा, तू रोज छोटा भी हो रहा है, तू रोज मर भी रहा है, तू रोज मिट भी रहा है। तो जिहड़ा तू रोज मिट रहा है इनू भी तो चेते रख। तू रोज वड्डा हो रहा है, यही चेते है तैनूं। तू रोज मिट भी रहा है, तू रोज छोटा भी हो रहा है, तू रोज मर रहे हैं। अगर जीवना ही चेते रह गया तो मरना तो भूल गया तो सिवाय औगणा की गठड़ी दे तेरे कोल होर कुछ नहीं होना। सिवाय चिंता ते सोग दे होर तेरे कोल कुछ नहीं होना। दबी हुई जिंदगी तो इलावा होर तेरे कोल कुछ नहीं होना। जितना गहरा जिंदगी का चिंतन होवेगा उतने गहरे विकार होंगे, उतने औगणा की पंड होगी। तो जितना मौत का गहरा चिंतन होगा, कैशव चंद्र ने इस ढंग नाल पढ़न की कोशिश नहीं की थी।
ਉਹਨੇ ਤੇ ਇਹੀ ਸਮਝਿਆ ਵੀ ਇੱਕ ਦਿਨ ਜਿਹੜਾ ਬੰਦਾ ਮਰ ਜਾਂਦਾ ਹੈ ਉਸ ਦਾ ਭੈ ਹੈ। ਨਹੀਂ, ਮਹਾਂਪੁਰਸ਼ ਇਹ ਕਹਿ ਰਹੇ ਨੇ ਤੂੰ ਰੋਜ਼ ਮਰ ਰਹੇ ਹੈ ਤੇ ਇਸ ਮਰਨੇ ਨੂੰ ਵੇਖ। ਪਹਿਲਾ ਮਰਨ ਕਬੂਲ ਜਿਹੜਾ ਕਹਿ ਦਿੱਤਾ ਹੈ ਵੀ ਤੂੰ ਰੋਜ਼ ਮਰ ਰਿਹਾ, ਇਸ ਨੂੰ ਕਬੂਲ ਕਰ ਲੈ। ਤੂੰ ਇੱਕ ਦਿਨ ਥੋੜੀ ਮਰਦਾ ਹੈ, ਤੂੰ ਰੋਜ਼ ਮਰ ਰਿਹਾ। ਗਹਿਰਾਈ ਦੇ ਨਾਲ ਦੇਖੀਏ ਤੇ ਬੰਦਾ ਰੋਜ਼ ਮਰ ਰਿਹਾ, ਬੰਦੇ ਦੇ ਚੋਂ ਕੁਝ ਰੋਜ਼ ਮਰ ਰਿਹਾ, ਰੋਜ਼ ਮਿਟ ਰਿਹਾ। ਇਹਦਾ ਬਚਪਨਾ ਮਿਟ ਰਿਹਾ, ਜਵਾਨ ਹੋ ਗਿਆ, ਇਹਦੀ ਜਵਾਨੀ ਮਿਟ ਰਹੀ ਹੈ, ਬੁੱਢਾ ਹੋ ਗਿਆ, ਇਹਦਾ ਬੁਢੇਪਾ ਵੀ ਮਿਟ ਜਾਣਾ। ਰੋਜ਼ ਮਿਟਦਾ ਜਾ ਰਿਹਾ, ਰੋਜ਼ ਮਿਟਦਾ ਜਾ ਰਿਹਾ। ਬੰਦਾ ਰੋਜ਼ ਮਰ ਰਿਹਾ, ਰੋਜ਼ ਮਰ ਰਿਹਾ। ਔਰ ਕਿਸੇ ਹੱਦ ਤੱਕ ਦੋ ਮੌਤਾਂ ਤੇ ਅਸੀਂ ਪ੍ਰਗਟ ਰੂਪ ਵਿੱਚ ਜ਼ਿੰਦਗੀ 'ਚ ਦੇਖਦੇ ਹਾਂ। ਕਿਸੇ ਜਵਾਨ ਨੂੰ ਕਹਿ ਦਈਏ ਤੇਰਾ ਬਚਪਨਾ ਕਿੱਥੇ ਹੈ, ਤੇ ਹਿੰਦੁਸਤਾਨੀ ਬੋਲੀ ਤੇ ਕਹਿੰਦੇ ਮਰ ਗਿਆ, ਬਚਪਨਾ ਮਰ ਗਿਆ, ਹੁਣ ਕਿੱਥੇ। ਤੇ ਕਿਸੇ ਬੁੱਢੇ ਨੂੰ ਕਹਿ ਦਈਏ ਤੇਰੀ ਜਵਾਨੀ ਕਿੱਥੇ, ਕਹਿੰਦਾ ਹੁਣ ਜਵਾਨੀ ਕਿੱਥੇ, ਉਹ ਤੇ ਮਰ ਗਈ, ਕਦੋਂ ਦੀ ਮਰ ਗਈ। ਜਵਾਨੀ ਮਰ ਗਈ, ਬਚਪਨਾ ਮਰ ਗਿਆ। ਤੇ ਇਹਨੂੰ ਆਖੋ ਵੀ ਜੇ ਬਚਪਨਾ ਮਰ ਗਿਆ, ਜਵਾਨੀ ਮਰ ਗਈ ਹੈ, ਬੁਢੇਪਾ ਰਹਿਣਾ ਹੈ, ਇਹ ਵੀ ਮਰੇਗਾ, ਇਹ ਵੀ ਮਰ ਰਿਹਾ, ਇਹ ਵੀ ਮਿਟ ਰਿਹਾ, ਲੇਕਿਨ ਕਬੂਲ ਨਹੀਂ। ਬੱਚਾ ਕਬੂਲ ਕਰੇ ਇਹ ਤੇ ਕਰਾਮਾਤ ਹੋਵੇਗੀ, ਬੁੱਢੇ ਨੂੰ ਵੀ ਕਬੂਲ ਨਹੀਂ। ਬੁੱਢਾ ਵੀ ਪ੍ਰਵਾਨ ਨਹੀਂ ਕਰਦਾ। ਬੁੱਢਾ ਵੀ ਮੌਤ ਨੂੰ ਦੂਰ ਰੱਖਣਾ ਚਾਹੁੰਦਾ ਵੀ ਕਿਸੇ ਤਰੀਕੇ ਨਾਲ ਮੌਤ ਭੁੱਲੇ, ਮੌਤ ਨਾ ਚੇਤੇ ਆਵੇ। ਕਹਿੰਦੇ ਨੇ ਬੱਚੇ ਨੂੰ ਮੌਤ ਚੇਤੇ ਆ ਗਈ, ਇਹ ਕਰਾਮਾਤ ਹੈ, ਬਹੁਤ ਵੱਡੀ ਕਰਾਮਾਤ। ਔਰ ਜੇ ਬੁੱਢੇ ਨੂੰ ਅਜੇ ਵੀ ਮੌਤ ਚੇਤੇ ਨਹੀਂ ਆ ਰਹੀ, ਜੋ ਦੁਆਰ ਤੇ ਦਸਤਕ ਪਈ ਦਿੰਦੀ ਹੈ, ਕਹਿੰਦੇ ਨੇ ਬਹੁਤ ਸੋਇਆ ਹੋਇਆ ਮਨੁੱਖ ਹੋਵੇਗਾ, ਬਹੁਤ ਜੜ ਬੁੱਧੀ ਦਾ, ਮੋਟੀ ਅਕਲ ਦਾ। ਇਸ ਵਾਸਤੇ ਅਜੋਕੇ ਸਮੇਂ ਵਿੱਚ ਕਿਧਰੇ ਇਹ ਨਾ ਸਮਝਣਾ ਕਿ ਲੋਕਾਂ ਦੀ ਅਕਲ ਬੜੀ ਬਾਰੀਕ ਹੈ, ਕਤਈ ਨਹੀਂ। ਇਹ ਗੱਲ ਵੱਖਰੀ ਹੈ ਕਿ ਜਿਤਨੀ ਵਿਦਿਆ ਹੁਣ ਹੈ, ਜਿਤਨੀ ਤਾਲੀਮ ਹੁਣ ਹੈ, ਇਤਨੀ ਪਹਿਲੇ ਨਹੀਂ ਸੀ। ਪਰ ਜਿਤਨੀ ਮੋਟੀ ਬੁੱਧ ਹੁਣ ਹੈ, ਇਤਨੀ ਪਹਿਲੇ ਨਹੀਂ ਸੀ। ਪੁਰਾਣੇ ਜ਼ਮਾਨੇ ਵਿੱਚ ਅਨਪੜ੍ਹ ਸਿਆਣਿਆਂ ਦੀ ਤਾਦਾਦ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ। ਅਜੋਕੇ ਸਮੇਂ ਵਿੱਚ ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਪੜ੍ਹਿਆ ਮੂਰਖ ਆਖੀਏ ਕਿਹਨੂੰ, ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ। ਭਗਤ ਕਬੀਰ ਨੇ ਇੱਕ ਗੱਲ ਬੜੀ ਦਾਰਸ਼ਨਿਕ ਤੇ ਮਹਾਨ ਆਖੀ ਹੈ। ਉਹ ਕਹਿੰਦੇ ਨੇ ਧਰਮ ਦਾ ਜਿਹੜਾ ਦਰਵਾਜ਼ਾ ਹੈ, ਰੱਬ ਦੇ ਮਹਿਲ ਦਾ ਜਿਹੜਾ ਦਰਵਾਜ਼ਾ ਹੈ, ਮੁਕਤੀ ਦਾ ਜਿਹੜਾ ਦਰਵਾਜ਼ਾ ਹੈ, ਉਹ ਬੜਾ ਸੂਖਸ਼ਮ ਹੈ, ਬਹੁਤ ਸੂਖਸ਼ਮ ਹੈ। ਕਿੰਨਾ ਕੁ ਸੂਖਸ਼ਮ ਹੈ? ਆਪ ਕਹਿੰਦੇ ਨੇ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੈਂ ਭਾਇ। ਰਾਈ ਦੇ ਦਾਣੇ ਦਾ 10ਵਾਂ ਹਿੱਸਾ ਕਰੋ ਤੇ ਕਿੰਨਾ ਕੁ ਰਹਿ ਜਾਏਗਾ? ਕੁਝ ਵੀ ਨਹੀਂ, ਹੱਥ ਦੇ ਸ਼ਾਇਦ ਪਕੜੇ 'ਚ ਵੀ ਨਾ ਆਵੇ। ਕਹਿੰਦੇ ਨੇ ਮੁਕਤੀ ਦਾ ਦੁਆਰ, ਧਰਮ ਦਾ ਦੁਆਰ, ਰੱਬ ਦੇ ਮਹਿਲ ਦਾ ਦਰਵਾਜ਼ਾ ਇੰਨਾ ਕੁ ਬਾਰੀਕ ਹੈ। ਤੇ ਮਨ ਤੋਂ ਮੈਗਲ ਹੋਏ ਰਿਹਾ ਨਿਕਸਿਓ ਕਿਉਂ ਕਰ ਜਾਏ। ਤੇ ਬੰਦੇ ਦਾ ਮਨ, ਬੰਦੇ ਦੀ ਅਕਲ, ਬੰਦੇ ਦੀ ਬੁੱਧ ਇਹ ਤੇ ਹਾਥੀ ਹੋਈ ਪਈ ਹੈ, ਕਿਵੇਂ ਲੰਘੇ? ਜਿਹਦੀ ਅਕਲ ਬਹੁਤ ਮੋਟੀ ਹੋਵੇ ਨਾ ਤੇ ਬਾਰੀਕ ਗੱਲਾਂ ਨੂੰ ਨਾ ਸਮਝ ਸਕੇ, ਤੇ ਪੰਜਾਬ ਦੇ ਵਿੱਚ ਅੱਜ ਵੀ ਕਹਿ ਦਿੰਦੇ ਨੇ ਵੀ ਤੇਰੀ ਅਕਲ ਥੋੜੀ ਹੈ, ਨਿਰੀ ਮੱਝ ਹੈ। ਉੱਥੇ ਇੰਝ ਕਹਿੰਦੇ ਨੇ ਅੱਜ ਵੀ। ਰਾਜਸਥਾਨ ਤੇ ਹਰਿਆਣੇ ਸਪਸ਼ਟ ਰੂਪ ਵਿੱਚ ਕਹਿੰਦੇ ਨੇ ਵੀ ਇਸकी ਅਕਲ ਥੋੜੀ ਹੈ, ਭੈਂਸ ਹੈ, ਇਹ ਤਾਂ ਭੈਂਸ ਹੈ, ਅਕਲ ਥੋੜੀ ਹੈ। ਉੱਥੇ ਇੰਝ ਮੱਝ ਨਾਲ ਤਸ਼ਬੀਹ ਦਿੰਦੇ ਨੇ, ਕਿਉਂਕਿ ਜਾਨਵਰਾਂ ਦੇ ਚੋਂ ਮੱਝ ਬਹੁਤ ਮੋਟੀ ਹੈ। ਤੇ ਜਿਹਦੀ ਅਕਲ ਬਹੁਤ ਮੋਟੀ ਹੋਵੇ, ਮੋਟੀ ਗੱਲ ਸਮਝਦਾ ਹੈ, ਬਾਰੀਕ ਨਹੀਂ। ਖੁੱਲੀਆਂ ਗੱਲਾਂ ਨੂੰ ਸਮਝ ਜਾਂਦਾ ਹੈ, ਸੂਖਸ਼ਮ ਨੂੰ ਨਹੀਂ। ਤਾਂ ਰਾਜਸਥਾਨ ਤੇ ਹਰਿਆਣੇ 'ਚ ਅੱਜ ਵੀ ਕਹਿੰਦੇ ਨੇ, ਪੰਜਾਬ ਦੇ ਅੱਜ ਵੀ ਕਹਿੰਦੇ ਨੇ ਇਹਦੀ ਅਕਲ ਥੋੜੀ ਹੈ, ਮੱਝ ਹੈ। ਉੱਤਰੀ ਭਾਰਤ ਜਿੱਧਰ ਦੇ ਭਗਤ ਕਬੀਰ ਜੀ ਮਹਾਰਾਜ ਨੇ, ਆਪ ਦੇ ਜ਼ਮਾਨੇ ਵਿੱਚ ਮੋਟੀ ਅਕਲ ਵਾਲੇ ਨੂੰ ਕਹਿ ਦਿੰਦੇ ਸਨ ਵੀ ਇਹਦੀ ਅਕਲ ਥੋੜੀ ਹੈ, ਹਾਥੀ ਹੈ, ਨਿਰਾ ਹੀ ਹਾਥੀ, ਅਕਲ ਥੋੜੀ ਹੈ, ਇਹਦੇ ਕੋਲ ਬੁੱਧੀ ਥੋੜੀ ਹੈ, ਨਿਰੀ ਹਾਥੀ। ਤੂੰ ਹਾਥੀ ਹੋਵੇ ਅਕਲ ਤੇ ਦਰਵਾਜ਼ਾ ਰਾਈ ਦੇ ਦਾਣੇ ਦਾ 10ਵਾਂ ਹਿੱਸਾ ਤੇ ਹਾਥੀ ਲੰਘੇ ਤੇ ਕਿਵੇਂ ਲੰਘੇ? ਤੋ ਖਿਮਾ ਕਰਨੀ, ਧਰਮ ਦੀ ਗੱਲ ਇਹ ਨਾ ਸਮਝਣਾ ਲੋਕਾਂ ਦੀ ਕੋਈ ਸਮਝ 'ਚ ਆਉਂਦੀ ਹੈ। ਮੈਂ ਧਰਮ ਮੰਦਰਾਂ ਵਿੱਚ ਲੋਕੀ ਮੁਰਝਾਏ ਹੋਏ ਵੇਖਦਾ, ਬਹੁਤ ਮਾਯੂਸ ਬੈਠਦਾ। ਬੰਦਾ ਪ੍ਰਸੰਨ ਹੋ ਜਾਏ, ਖਿੜ ਜਾਏ, ਗੱਲ ਸਮਝਦੇ 'ਚ ਆਏ ਤਾਂ ਦਾਰਸ਼ਨਿਕ ਕਹਿੰਦੇ ਨੇ, ਮਨੋਵਿਗਿਆਨੀ ਕਹਿੰਦੇ ਨੇ ਰੀੜ੍ਹ ਦੀ ਹੱਡੀ ਸਿੱਧੀ ਹੋ ਜਾਂਦੀ ਹੈ, ਗਰਦਨ ਸਿੱਧੀ ਹੋ ਜਾਂਦੀ ਹੈ। ਆ ਜਿਵੇਂ ਖੇੜੇ ਵਿੱਚ ਆਉਂਦਾ ਨਾ ਫੁੱਲ ਤੇ ਸਿੱਧਾ ਉੱਪਰ ਉੱਠਦਾ, ਤੇ ਜਦ ਮੁਰਝਾਉਂਦਾ ਹੈ ਤੇ ਨੀਵਾਂ ਜਾਂਦਾ ਹੈ, ਪੰਖੜੀਆਂ ਥੱਲੇ ਜਾਂਦੀਆਂ।
ਜੀਵਨ ਵੀ ਜਦ ਮੁਰਝਾਉਂਦਾ ਹੈ, ਬੁੱਢਾ ਬੰਦਾ ਹੁੰਦਾ ਹੈ, ਜ਼ਿੰਦਗੀ ਮੁਰਝਾ ਚਲੀਏ ਤਾਂ ਕਮਰ ਝੁਕਦੀ ਹੈ, ਪਰ ਜਦ ਜਵਾਨ ਹੈ ਉੱਪਰ ਨੂੰ ਉੱਠਦਾ, ਫੁੱਲ ਉੱਪਰ ਨੂੰ ਉੱਠਦੇ ਨੇ, ਜਦ ਖਿੜਦੇ ਨੇ ਮੁਰਝਾਉਂਦੇ ਨੇ ਤੇ ਥੱਲੇ ਜਾਂਦੇ ਨੇ। ਧਰਮ ਦੀ ਗੱਲ ਸੁਣਦਿਆਂ ਸੁਣਦਿਆਂ ਜੇ ਸਿਰ ਢਹਿ ਗਿਆ ਬੰਦੇ ਦਾ, ਕਮਰ ਝੁਕ ਗਈ ਹੈ, ਬੋਝਲ ਹੋ ਗਿਆ ਦਿਮਾਗ, ਤਾਂ ਸਮਝ ਲੈਣਾ ਗੱਲ ਨਹੀਂ ਸਮਝ ਪਾਈ, ਸਪਸ਼ਟ ਹੈ ਗੱਲ। ਔਰ ਧਾਰਮਿਕ ਮੰਦਰਾਂ ਦੇ ਅਕਸਰ ਸਿਰ ਡੱਠੇ ਹੋਏ ਮਿਲਦੇ ਨੇ। ਗੁਸਤਾਖੀ ਮਾਫ ਖਿਮਾ ਮੈਂ ਪਹਿਲੇ ਮੰਗ ਲਿਆ। ਮੈਂ ਤੇ ਇੱਕ ਲਤੀਫਾ ਪੜ੍ਹਿਆ ਸੀ ਹਿੰਦੁਸਤਾਨ ਦੇ ਇੱਕ ਹਿੰਦੀ ਅਖਬਾਰ ਨਵਭਾਰਤ ਟਾਈਮ ਦੇ ਵਿੱਚ। ਇੱਕ ਮਰੀਜ਼ ਡਾਕਟਰ ਕੋਲ ਗਿਆ ਤੇ ਡਾਕਟਰ ਪੁੱਛਦਾ ਕੀ ਰੋਗ ਹੈ ਤੈਨੂੰ? ਆਖਣ ਲੱਗਾ ਮੈਨੂੰ ਨੀਂਦ ਨਹੀਂ ਪੈਂਦੀ, ਹੋਰ ਕੁਛ ਨਹੀਂ, ਬਸ ਮੈਨੂੰ ਨੀਂਦ ਨਹੀਂ ਪੈਂਦੀ, ਹੋਰ ਕੋਈ ਬਿਮਾਰੀ ਨਹੀਂ। ਤੇ ਡਾਕਟਰ ਕਹਿਣ ਲੱਗਾ ਫਿਰ ਕਥਾ ਸੁਣਨ ਚਲਾ ਜਾਇਆ ਕਰ ਕਿਸੇ ਮੰਦਰ ਦੇ, ਪੈ ਜਾਏਗੀ ਨੀਂਦ ਆਪੇ। ਗੱਲ ਸਮਝ ਚ ਨਹੀਂ ਆਵੇਗੀ, ਆਪੇ ਸਿਰ ਢਾ ਕੇ ਬੈਠੇਗਾ, ਹੋਰ ਕੀ। ਗੱਲ ਕੋਈ ਧਰਮ ਦੀ ਸਮਝ ਚ ਆਉਂਦੀ ਹੈ? ਧਰਮ ਦੀ ਗੱਲ ਕੋਈ ਪਕੜੇ ਚ ਆਉਂਦੀ ਹੈ? ਧਰਮ ਦੀ ਗੱਲ ਨਾਲ ਕੋਈ ਤਾਲਮੇਲ ਬੈਠਦਾ? ਕਤਈ ਨਹੀਂ। ਕੋਈ ਬੰਦੇ ਦਾ ਸੰਬੰਧ ਜੁੜਦਾ ਹੈ, ਜਿਸ ਗੱਲ ਨਾਲ ਬੰਦੇ ਦਾ ਸੰਬੰਧ ਜੁੜ ਜਾਏ, ਜਿਸ ਗੱਲ ਨਾਲ ਬੰਦੇ ਦਾ ਤਾਲਮੇਲ ਬੈਠ ਜਾਏ, ਰੀੜ੍ਹ ਦੀ ਹੱਡੀ ਸਿੱਧੀ ਹੋ ਜਾਂਦੀ ਹੈ, ਸਿਰ ਉੱਚਾ ਹੋ ਜਾਂਦਾ ਹੈ, ਪ੍ਰਫੁੱਲਤਾ, ਖੇੜਾ, ਮਸਤੀ ਅੰਦਰ ਪੈਦਾ ਹੋ ਜਾਂਦੀ ਹੈ। ਤੇ ਅਕਸਰ ਮੈਂ ਰਹਿਣ ਸਬਾਈ ਕੀਰਤਨਾਂ 'ਚ ਵੀ ਦੇਖਿਆ, ਕੀਰਤਨ ਰਹਿਣ ਸਬਾਈ ਹੋ ਰਿਹਾ ਤੇ ਗੁਰਦੁਆਰੇ ਦਾ ਮਾਹੌਲ ਇੰਜ ਬਣਿਆ ਹੁੰਦਾ ਜਿਵੇਂ ਕਿਸੇ ਹਸਪੀਟਲ ਦਾ ਜੋ ਹੈ ਮਾਹੌਲ ਹੋਵੇ, ਐਂ ਸਭ ਮਰੀਜ਼ ਦੀਆਂ ਦਿਖਾਈ ਦਿੰਦੇ, ਡਟੇ ਹੋਏ, ਮਾਯੂਸ, ਉਦਾਸ, ਤਾਲਮੇਲ ਨਹੀਂ ਬੈਠਿਆ। ਕਾਰਨ ਮੈਂ ਇਤਨੀ ਅਰਜ਼ ਕਰਾਂ, ਰੱਬ ਦੀ ਗੱਲ ਕੋਈ ਖਿਡਾਉਣਾ ਨਹੀਂ। ਭਗਤ ਕਬੀਰ ਜੀ ਕਹਿੰਦੇ ਨੇ ਉਹ ਦਰਵਾਜ਼ਾ, ਧਰਮ ਦਾ ਦੁਆਰ, ਮੁਕਤੀ ਦਾ ਦੁਆਰ, ਰੱਬ ਦਾ ਦੁਆਰ, ਰਾਈ ਦੇ ਦਾਣੇ ਦਾ 10ਵਾਂ ਹਿੱਸਾ। ਕਬੀਰ ਮੁਕਤ ਦੁਆਰਾ ਸੰਕੁਰਾ ਸੰਕੀਰਣ ਹੈ, ਤੰਗ ਹੈ, ਛੋਟਾ ਹੈ, ਸੂਖਸ਼ਮ ਹੈ, ਕਿਤਨਾ ਰਾਈ ਦਸਵੇਂ ਭਾਏ। ਸਿਆਣੇ ਕਹਿੰਦੇ ਨੇ ਦਾਰਸ਼ਨਿਕ ਕਿ ਕਬੀਰ ਦੀ ਮਜਬੂਰੀ ਹੈ, ਵਰਨਾ ਪ੍ਰਮਾਣ ਇਸ ਤੋਂ ਸੂਖਸ਼ਮ ਉਹਨਾਂ ਨੇ ਦੇਣਾ ਸੀ, ਪਰ ਇਸ ਤੋਂ ਸੂਖਸ਼ਮ ਹੈ ਕਿ ਕੁਝ ਵੀ ਨਹੀਂ। ਰਾਈ ਦੇ ਦਾਣੇ ਦਾ 10ਵਾਂ ਹਿੱਸਾ ਕਰੋ, ਪਕੜ ਦੇ 'ਚ ਵੀ ਨਹੀਂ ਆਉਂਦਾ। ਵਰਨਾ ਇਸ ਤੋਂ ਵੀ ਉਹਨਾਂ ਨੇ ਸੂਖਸ਼ਮ ਕਹਿਣਾ ਸੀ, ਪਰ ਇਸ ਤੋਂ ਸੂਖਸ਼ਮ ਕਹਿਣ ਤੇ ਕੋਈ ਪ੍ਰਤੱਖ ਪ੍ਰਮਾਣ ਹੈ ਨਹੀਂ। ਕਿਹੜੀ ਚੀਜ਼ ਨੂੰ ਅੱਗੇ ਕਰਨਾ, ਪ੍ਰਤੱਖ ਰੂਪ ਵਿੱਚ ਕਿਸ ਚੀਜ਼ ਨੂੰ ਅੱਗੇ ਰੱਖਣਾ। तो आपने ਇਹ ਕਹਿ ਦਿੱਤਾ, ਰਾਈ ਦਸਵੇਂ ਭਾਏ ਮਨ ਤੋਂ ਮੈਗਲ ਹੋਏ ਰਹਾ, ਨਿਕਸਿਓ ਕਿਉਂ ਕਰ ਜਾਏ। ਹੁਣ ਰਾਈ ਦੇ ਦਾਣੇ ਦਾ 10ਵਾਂ ਹਿੱਸਾ, ਇਤਨਾ ਛੋਟਾ ਦਰਵਾਜ਼ਾ, ਹੁਣ ਮੱਝ ਲੰਘੇ ਸਿੰਘ ਮਾਰੇਗੀ, ਲੰਘ ਤੇ ਨਹੀਂ ਸਕੇਗੀ। ਬੰਦਾ ਟੱਕਰਾਂ ਅਕਸਰ ਮਾਰਦਾ, ਹੈਰਾਨ ਹੋ ਜਾਂਦਾ ਵੀ ਗੱਲ ਕਿਹੜੀ ਆਖੀ ਜਾ ਰਹੀ ਹੈ, ਕਿੱਥੋਂ ਦੀ ਆਖੀ ਜਾ ਰਹੀ ਹੈ, ਇਹ ਕੀਰਤਨ ਕਿੱਥੋਂ ਦੀ ਗੱਲ ਹੈ। ਤੇ ਮੈਂ ਕਈ ਦਫਾ ਹੈਰਾਨ ਹੋ ਜਾਂਦਾ, ਮੈਨੂੰ ਬਜ਼ੁਰਗ ਕਈ ਕਹਿੰਦੇ ਨੇ, ਗਿਆਨੀ ਜੀ ਸਾਡੇ ਬੱਚਿਆਂ ਨੂੰ ਵੀ ਧਰਮ ਜੋ ਹੈ ਸਮਝਾ ਦਿਓ। ਤੇ ਮੈਂ ਤੇ ਇੱਕੋ ਹੀ ਗੱਲ ਕਹਿੰਦਾ ਉਹਨਾਂ ਵੀ ਤੂੰ ਸਮਝ ਲਿਆ, ਪਹਿਲੇ ਇਹ ਦੱਸ, ਬੱਚੇ ਦੀ ਗੱਲ ਕਰ, ਤੂੰ ਸਮਝ ਲਿਆ, ਤੂੰ ਜਾਣ ਲਿਆ। ਮੈਨੂੰ ਕਈ ਕਹਿੰਦੇ ਨੇ ਇਸ ਧਰਮ ਦੀ ਗੱਲ ਬਾਕੀ ਜਗਤ ਨੂੰ ਵੀ ਪਤਾ ਚੱਲਣਾ ਚਾਹੀਦਾ, ਬਾਕੀ ਧਰਮ ਵਾਲਿਆਂ ਨੂੰ ਵੀ ਪਤਾ ਚੱਲਣਾ ਚਾਹੀਦਾ। ਤੈਨੂੰ ਪਤਾ ਚੱਲ ਗਿਆ, ਤੂੰ ਸਮਝ ਲਿਆ, ਆਪ ਸਮਝਿਆ ਨਹੀਂ, ਜਗਤ ਨੂੰ ਸਮਝਾਉਣ ਚੱਲਿਆ ਵੀ ਦੂਜਿਆਂ ਨੂੰ ਵੀ ਪਤਾ ਚੱਲੇ, ਈਸਾਈਆਂ ਨੂੰ ਪਤਾ ਚੱਲੇ, ਮੁਸਲਮਾਨਾਂ ਨੂੰ ਵੀ ਪਤਾ ਚੱਲੇ। ਸਿੱਖ ਹੋ ਕੇ ਤੈਨੂੰ ਤੇ ਪਤਾ ਹੈ ਕੋਈ, ਤੂੰ ਸਿੱਖ ਹੈ, ਤੈਨੂੰ ਤੇ ਪਤਾ ਹੈ ਨਹੀਂ ਕੁਛ, ਤੂੰ ਤੇ ਕੁਝ ਜਾਣਿਆ ਨਹੀਂ, ਤੂੰ ਤੇ ਕੁਝ ਸਮਝਿਆ ਨਹੀਂ। ਈਸਾਈਆਂ ਨੂੰ ਸਮਝਾਉਣ ਚੱਲਿਆ, ਮੁਸਲਮਾਨਾਂ ਨੂੰ ਸਮਝਾਉਣ ਚੱਲਿਆ, ਤੂੰ ਤੇ ਸਮਝ ਪਹਿਲਾਂ। ਤੇ ਜਿਸ ਦਿਨ ਤੂੰ ਸਮਝ ਗਿਆ, ਬਾਕੀ ਸਮਝ ਜਾਣਗੇ, ਤੈਨੂੰ ਵੇਖ ਕੇ ਹੀ ਸਮਝਾਣਗੇ। ਤੇਰੀ ਰੋਜ਼ਮਰਾ ਦੀ ਜ਼ਿੰਦਗੀ ਹੀ ਬਹੁਤ ਕੁਝ ਦੱਸ ਦੇਵੇਗੀ, ਤੇਰੇ ਜੀਵਨ ਦਾ ਢੰਗ ਹੀ ਬਹੁਤ ਕੁਝ ਦੱਸ ਦੇਵੇਗਾ। ਜ਼ਰੂਰੀ ਥੋੜੀ ਹੈ ਕਿ ਬੋਲ ਦੱਸਦੇ ਨੇ, ਜੀਵਨ ਦਾ ਢੰਗ ਦੱਸਦੇ ਨੇ। ਜ਼ਰੂਰੀ ਥੋੜੀ ਹੈ ਕਿ ਬੰਦੇ ਦੇ ਬੋਲ ਹੀ ਕੁਝ ਧਰਮ ਦੀ ਵਿਆਖਿਆ ਕਰਦੇ ਨੇ, ਮਨੁੱਖ ਦੀ ਜ਼ਿੰਦਗੀ ਦੇ ਕਰਮ ਦੀ ਵਿਆਖਿਆ ਕਰਦੇ ਨੇ, ਉਹਦੇ ਜੀਵਨ ਦਾ ਢੰਗ ਵੀ ਜੋ ਹੈ ਵਿਆਖਿਆ ਕਰਦਾ ਹੈ। ਤਾਂ ਮੈਂ ਅਰਜ਼ ਕਰਾਂ, ਭਗਤ ਕਬੀਰ ਕਹਿੰਦੇ ਨੇ ਇਹ ਗੱਲ ਅਤਿਅੰਤ ਸੂਖਸ਼ਮ ਹੈ ਤੇ ਅਕਲ ਮੋਟੀ ਹੈ। ਅਕਲ ਮੋਟੀ ਕਿਸ ਤਰ੍ਹਾਂ ਹੁੰਦੀ ਹੈ ਤੇ ਅਕਲ ਸੂਖਸ਼ਮ ਕਿਸ ਤਰ੍ਹਾਂ ਹੁੰਦੀ ਹੈ। ਹਰ ਵਕਤ ਮੋਟੀਆਂ ਗੱਲਾਂ ਨੂੰ ਯਾਦ ਕਰਨਾ, ਸੰਸਾਰ ਨੂੰ ਯਾਦ ਕਰਨਾ, ਹਰ ਵਕਤ ਪਰਿਵਾਰ ਨੂੰ ਯਾਦ, ਹਰ ਵਕਤ ਧਨ ਸੰਪਦਾ ਦਾ ਚਿੰਤਨ, ਹਰ ਵਕਤ ਮੋਟੀਆਂ ਗੱਲਾਂ ਦੀ ਯਾਦ, ਅਕਲ ਮੋਟੀ ਹੋ ਜਾਏਗੀ, ਲਾਜ਼ਮੀ ਹੋ ਜਾਏਗੀ। ਪਰ ਸੂਖਸ਼ਮ ਗੱਲ ਦਾ ਚਿੰਤਨ ਜਿਤਨਾ ਜ਼ਿਆਦਾ ਹੋਵੇਗਾ, ਉਤਨੀ ਅਕਲ ਬਾਰੀਕ ਹੋ ਜਾਏਗੀ, ਉਤਨੀ ਅਕਲ ਸੂਖਸ਼ਮ ਹੋ ਜਾਏਗੀ। ਤੇ ਕਬੀਰ ਕਹਿੰਦੇ ਨੇ ਇਹਨਾਂ ਮੱਝਾਂ ਨੂੰ ਮੈਂ ਲੰਗਾਵਾਂ ਤਾਂ ਕਿਸ ਤਰ੍ਹਾਂ ਲੰਗਾਵਾਂ, ਉਸ ਦਰਵਾਜ਼ੇ ਤੋਂ ਜਿਹੜਾ ਦਰਵਾਜ਼ਾ ਰਾਈ ਦੇ ਦਾਣੇ ਦਾ 10ਵਾਂ ਹਿੱਸਾ ਹੈ। ਇਸ ਵਾਸਤੇ ਭਗਤਾਂ ਦੀ ਗੱਲ ਜਗਤ ਨੇ ਨਹੀਂ ਸਮਝੀ, ਕਤਈ ਨਹੀਂ ਸਮਝੀ।
ਵਰਨਾ ਭਗਤਾਂ ਨਾਲ ਇਤਨਾ ਟਕਰਾਓ ਨਾ ਹੁੰਦਾ। ਕਿਸੇ ਭਗਤ ਨੂੰ ਦੁਨੀਆ ਨੇ ਚੈਨ ਨਾਲ ਨਹੀਂ ਬੈਠਣ ਦਿੱਤਾ, ਨਾ ਕਬੀਰ ਨੂੰ ਨਾ ਰਵਿਦਾਸ ਨੂੰ। ਤੁਸੀਂ ਇਹਨਾਂ ਦੀ ਜੀਵਨ ਕਥਾ ਪੜ੍ਹ ਕੇ ਲਓ। ਕੋਈ ਇਹਨਾਂ ਦੇ ਘਰ ਨੂੰ ਅੱਗ ਪਿਆ ਲੈਂਦਾ, ਕੋਈ ਇਹਨਾਂ ਨੂੰ ਜੇਲ੍ਹ ਵਿੱਚ ਪਿਆ ਪਾਉਂਦਾ, ਕੋਈ ਇਹਨਾਂ ਤੇ ਚੋਰੀ ਦਾ ਇਲਜ਼ਾਮ ਪਿਆ ਲੈਂਦਾ, ਕੋਈ ਗੁਰੂ ਨਾਨਕ ਜੈਸੀ ਅਜ਼ੀਮ ਸ਼ਖਸੀਅਤ ਨੂੰ ਭੂਤਨਾ ਬੇਤਾਲਾ ਪਿਆ ਕਹਿੰਦਾ, ਕੋਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਰਿਹਾ, ਤੇ ਕੋਈ ਤਿਆਗ ਤੇ ਵੈਰਾਗ ਦੀ ਮੂਰਤੀ ਨੂੰ ਚਾਂਦਨੀ ਚੌਂਕ ਦੇ ਸ਼ਹੀਦ ਕਰਦਾ ਪਿਆ। ਕਿਧਰੇ 22 ਧਾਰ ਦੇ ਰਾਜੇ ਤੇ ਵਕਤ ਦੀ ਸਮੁੱਚੀ ਹਕੂਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੀਛਾ ਕਰ ਰਹੀ ਹੈ। ਅਲਾ ਯਾਰ ਖਾਂ ਜੋਗੀ ਕਹਿੰਦੇ ਨੇ, ਆਦਾ ਨੇ ਕਭੀ ਤੁਝਕੋ ਸੰਭਲਨੇ ਨਾ ਦਿਆ ਥਾ, ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ ਥਾ। ਐ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਤੇ ਇੱਕ ਦਿਨ ਵੀ ਆਰਾਮ ਨਾਲ ਪਹਿਲੂ ਨਹੀਂ ਬਦਲ ਸਕੇ। ਚਾਰੋਂ ਪਾਸੇ ਅਦਾਵਤਾਂ ਹੀ ਅਦਾਵਤਾਂ, ਕਿਧਰੇ ਸ਼ਰੀਕਾਂ ਦੀ ਅਦਾਵਤ, 22 ਧਾਰ ਦੇ ਰਾਜਿਆਂ ਦੀ ਅਦਾਵਤ, ਵਕਤ ਦੀ ਹਕੂਮਤ ਮੁਖਾਲਫ, ਚਾਰੋਂ ਪਾਸੇ ਮੁਖਾਲਫਤ ਹੀ ਮੁਖਾਲਫਤ। ਕਾਰਨ ਇਤਨੀ ਬਾਰੀਕ ਗੱਲ ਮੋਟੀ ਅਕਲ ਦੀ ਸਮਝ ਚ ਆਵੇ ਤੇ ਕਿਸ ਤਰ੍ਹਾਂ? ਇਹ ਮੱਝ ਉਸ ਦਰਵਾਜ਼ੇ ਚੋਂ ਲੰਘੇ ਤੇ ਕਿਸ ਤਰ੍ਹਾਂ ਲੰਘੇ? ਤੇ ਆਮ ਬੰਦਿਆਂ ਦਾ ਤੇ ਕਹਿਣਾ ਕਿ ਜਿਹੜੇ ਧਰਮ ਦੇ ਮੁਦਈ ਸਨ ਉਹ ਵੀ ਨਹੀਂ ਸਮਝ ਸਕੇ, ਬ੍ਰਾਹਮਣ ਗੁਰੂ ਨਾਨਕ ਦੀ ਗੱਲ ਨਹੀਂ ਸਮਝ ਸਕੇ, ਮੌਲਵੀ ਨਹੀਂ ਸਮਝ ਸਕੇ। ਔਰ ਇਸ ਤਰੀਕੇ ਦੇ ਹੋਰ ਧਰਮ ਦੇ ਮੁਦਈ ਜੋ ਦਾਰਸ਼ਨਿਕ ਚਤੁਰਵੇਦੀ, ਤ੍ਰਿਵੇਦੀ, ਦੁਵੇਦੀ ਸਨ, ਉਹਨਾਂ ਨੇ ਕਬੀਰ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਏ, ਤੋਮਤਾਂ ਲਾਈਆਂ। ਲੰਬੀਆਂ ਚੌੜੀਆਂ ਇਹ ਗਾਥਾਵਾਂ ਨੇ। ਤੇ ਉਸ ਦੁੱਖ ਦਾ ਜੋ ਉੱਥੋਂ ਦੇ ਵਾਸੀਆਂ ਨੇ ਭਗਤ ਕਬੀਰ ਨੂੰ ਦਿੱਤਾ, ਉਹਨਾਂ ਨੇ ਆਪਣੇ ਸ਼ਬਦਾਂ 'ਚ ਬਕਾਇਦਾ ਜ਼ਿਕਰ ਵੀ ਕੀਤਾ। ਜਦ ਕੁਛ ਗੱਲ ਨਹੀਂ ਬਣੀ, ਕਬੀਰ ਨੇ ਬਨਾਰਸ ਨਹੀਂ ਛੱਡੀ, ਘਰ ਨੂੰ ਅੱਗ ਲਾ ਦਿੱਤੀ ਗਈ ਸੀ ਵੀ ਹੁਣ ਤੇ ਛੱਡ ਕੇ ਜਾਏਗਾ। ਹੁਣ ਤੇ ਇਸ ਦੀ ਖੱਡੀ ਸਾੜ ਦਿੱਤੀ ਜਿਹਦੇ 'ਚ ਕੱਪੜੇ ਬਣਾਉਂਦਾ, ਇਹਦੇ ਘਰ ਦਾ ਸਾਰਾ ਸੂਤਰ ਸਾੜ ਦਿੱਤਾ ਜਿਸ ਤੋਂ ਇਸਨੇ ਕੱਪੜੇ ਬਣਾਉਣੇ ਸਨ। ਇਹਦੀ ਸਾਰੀ ਝੁੱਗੀ ਫੂਕ ਦਿੱਤੀ ਹੈ ਤੇ ਹੁਣ ਇਸ ਨੂੰ ਪਤਾ ਚੱਲੇਗਾ ਵੀ ਹੁਣ ਬਨਾਰਸ ਵਿੱਚ ਰਹਿਣਾ ਠੀਕ ਨਹੀਂ, ਹੁਣ ਤੇ ਛੱਡ ਕੇ ਜਾਏਗਾ। ਗੰਗਾ ਦੇ ਤੱਟ ਤੇ ਬੈਠਾ ਸੀ ਤੇ ਪੁੱਤਰ ਭਜਿਆ ਹੋਇਆ ਗਿਆ। ਕਮਾਲ।